समाज में रहते हुए कई बार ऐसे हालात देखने को मिलते हैं जिन्हें समझना और समझाने या फिर इनके समाधान के लिए काफ़ी समय लग जाता है। जी हाँ, घटना जिला होशियारपुर के कस्बा महलपुर की है। बता दें कि बीती 14 जून को बुजुर्ग महिला परमजीत कौर पत्नी लेट अमरजीत सिंह और उसकी शादीशुदा बेटी रमनदीप कौर पत्नी अवतार सिंह निवासी खडौदी की ओर से पुलिस थाना महलपुर में लोक भलाई और आम आदमी पार्टी के क्षेत्र में प्रतिनिधियों को लेकर थाना मुखी सतविंदर सिंह धालीवाल को शिकायत दी गई थी कि उनकी बहू दलजिंदर कौर पत्नी ईश्वर सिंह उसे अपने घर में रहने नहीं देती और घर को ताला लगाया हुआ है। इस शिकायत को लेकर थाना मुखी की ओर से बुजुर्ग महिला परमजीत कौर और उसके साथ आए हितैषियों की पूरी बात सुनी, परंतु दूसरी पार्टी थाने नहीं पहुंच सकी, जिस पर थाना मुखी की ओर से शिकायतकर्ता को घर भेजने का आश्वासन दे दिया गया। आज थाना मुखी सतविंदर सिंह धालीवाल की ओर से अपनी पुलिस पार्टी और महत्वर व्यक्तियों के साथ घर का मौका देखा गया, जहां उन्हें शिकायतकर्ता की बहू दलजिंदर कौर ने पुलिस और महत्वर लोगों के समक्ष में बताया कि उसकी शादी 29 जनवरी 2012 को ईश्वर सिंह पुत्र लेट अमरजीत सिंह के साथ हुई थी। उस समय उसका पति विदेश में करीब 5 वर्ष बाद आया है और उसके ससुर FCI में बतौर इंस्पेक्टर थे। उन्होंने उनकी 3 ननदों को और उसके पति और ससुर ने 10 मरले का प्लाट लिया था और घर बनाया था। सेवा मुक्ति के बाद उसके ससुर बीमार हो गए। उनकी बीमारी में काफ़ी खर्च हुआ और उसका पति भी विदेश नहीं जा सका। घर में काफ़ी तकरार रहने लगी और उसके ससुराल वाले उसे परेशान करने लगे और हालत जो थी वो नाजुक हो गई। क्या है पूरा मामला, आओ एक बार नजर मार लेते हैं। होशियारपुर से दलजीत अजनुआ की जीरो लाइन टीवी के लिए रिपोर्ट। मेरा नाम दलजिंदर कौर है, मेरा पिंड मुक्कोवाल है ਅਤੇ मैं इत्थे मालपुर ईश्वर सिंह सन ऑफ अमरजीत सिंह ਦੇ ਘਰ ਵਿਆਹੀ ਹੋਈ ਹਾਂ। ਮੇਰੇ 3 ਬੱਚੇ ਹਨ 5 ਸਾਲ ਤੋਂ ਹੇਠਾਂ। ਸਾਡਾ ਮਾਤਾ ਅਤੇ ਮੇਰੀਆਂ ਨਨਾਨਾਂ ਦੇ ਨਾਲ ਸਿਵਲ ਕੋਰਟ ਗੜਸ਼ੰਕਰ ਵਿੱਚ ਡਿਸਪਿਊਟ ਦਾ ਕੇਸ ਚੱਲ ਰਿਹਾ ਹੋਇਆ ਹੈ। ਪਹਿਲਾਂ ਸਟੇ ਹੋਈ ਸੀ, ਸਟੇ ਐਂਡ ਸਕੋਪ ਹੋਇਆ ਸੀ, ਜਿਸ ਦੀ ਕਿ ਡਿਗਰੀ ਮੇਰੇ ਪਤੀ ਈਸ਼ਵਰ ਸਿੰਘ ਦੇ ਹੱਕ ਵਿੱਚ ਹੋ ਗਈ ਹੈ। ਇਹ ਡਿਗਰੀ ਮੇਰੀ ਸੱਸ ਅਤੇ ਨਨਾਨਾਂ ਦੇ ਬਿਆਨਾਂ ਦੇ ਆਧਾਰ ਤੇ ਹੋਈ ਹੈ, ਜੋ ਕਿ ਇਹਨੇ ਬਿਆਨ ਦਿੱਤੇ ਸਨ ਕਿ ਅਸੀਂ ਆਪਣੇ ਮਕਾਨ ਵਿੱਚ ਹਿੱਸੇ ਲੈਣੇ ਹਨ ਅਤੇ ਈਸ਼ਵਰ ਸਿੰਘ ਆਪਣੇ ਬੱਚਿਆਂ ਤੇ ਪਤਨੀ ਸਮੇਤ ਇਸ ਮਕਾਨ ਵਿੱਚ ਰਹਿ ਸਕਦੇ ਹਨ। ਇਹਨਾਂ ਬਿਆਨਾਂ ਦੇ ਆਧਾਰ ਤੇ ਅਤੇ ਇਹਨਾਂ ਕਾਗਜ਼ਾਂ ਦੇ ਆਧਾਰ ਤੇ ਮੈਂ ਪਿਛਲੇ 3 ਸਾਲ ਤੋਂ ਇਸ ਮਕਾਨ ਵਿੱਚ ਆਪਣੇ ਬੱਚਿਆਂ ਸਮੇਤ ਰਹਿ ਰਹੀ ਹਾਂ। ਇਸ ਦੀ ਵਜ੍ਹਾ ਇਹ ਸੀ, ਇਹਨਾਂ ਕੇਸਾਂ ਦੀ ਵਜ੍ਹਾ ਇਹ ਸੀ ਮੇਰੀ ਸੱਸ ਅਤੇ ਨਨਾਨਾ ਨੇ ਸਾਰੀ ਪ੍ਰੋਪਰਟੀ। ਕੀ ਨਾਮ ਆ ਤੁਹਾਡੀ ਸੱਸ ਦਾ? ਮੇਰੀ ਸੱਸ ਦਾ ਨਾਮ ਪਰਮਜੀਤ ਕੌਰ ਵਾਈਫ ਆਫ ਅਮਰਜੀਤ ਸਿੰਘ ਹੈ। ਉਹਨਾਂ ਨੇ ਪਹਿਲਾਂ ਇੱਕ ਪਲਾਟ ਜੋ ਕਿ ਮੇਰੇ ਸਹੁਰਾ ਸਾਹਿਬ ਅਤੇ ਪਤੀ ਦੀ ਕਮਾਈ ਦਾ ਸੀ, ਰਜਿਸਟਰੀ ਮਾਤਾ ਦੇ ਨਾਮ ਤੇ ਕਰਵਾਈ ਸੀ। ਮੇਰੇ ਪਤੀ ਨੇ ਸਾਡੇ ਤੋਂ ਚੋਰੀ ਵੇਚ ਦਿੱਤਾ ਸੀ ਅਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਸੀ, ਇੱਥੋਂ ਤੱਕ ਕਿ ਮੇਰੇ ਬੱਚਿਆਂ ਦੀ ਟੋਇਲਟ ਦੀ ਸੀਟ ਤੱਕ ਵੀ ਅੰਦਰੋਂ ਪਟਾ ਦਿੱਤੀ ਸੀ ਅਤੇ ਘਰ ਵਿੱਚ ਮੇਰੀਆਂ ਨਨਾਨਾਂ ਆ ਕੇ ਕਲੇਸ਼ ਕਰਦੀਆਂ ਸਨ, ਮਕਾਨ ਵਿੱਚ ਹਿੱਸੇ ਮੰਗਦੀਆਂ ਸਨ। ਇਸ ਕਰਕੇ ਜਦੋਂ ਮਾਤਾ ਨੇ ਪਲਾਟ ਵੇਚਿਆ, ਆਪਣੀ ਮਰਜ਼ੀ ਨਾਲ ਕੁੜੀਆਂ ਦੇ ਜਾ ਕੇ ਰਹਿੰਦੀ ਸੀ। ਮੇਰੀ ਸੱਸ ਪਰਮਜੀਤ ਕੌਰ ਵੱਲੋਂ ਜੋ ਵੀ ਮੇਰੇ ਤੇ ਮੇਰੇ ਤਾਇਆ ਜੀ ਨਰਿੰਦਰ ਸਿੰਘ ਤੇ ਅਤੇ ਮੇਰੇ ਪਤੀ ਈਸ਼ਵਰ ਸਿੰਘ ਤੇ ਇਲਜ਼ਾਮ ਲਗਾਏ ਗਏ ਹਨ, ਉਹਨਾਂ ਦੀ ਜਾਂਚ ਪੁਲਿਸ ਵੱਲੋਂ ਹੋ ਗਈ ਹੈ ਅਤੇ ਉਹ ਸਾਰੇ ਝੂਠੇ ਪਾਏ ਗਏ ਹਨ। ਅੱਜ ਪ੍ਰਸ਼ਾਸਨ SHO ਸਰ ਅਤੇ ਪ੍ਰਸ਼ਾਸਨ ਨੇ ਮੇਰਾ ਮਕਾਨ ਦੇਖਿਆ ਹੈ। ਇਹਨਾਂ ਦੀ ਰਿਪੋਰਟ ਦੇ ਆਧਾਰ ਤੇ ਅਸੀਂ ਮਾਤਾ ਨੂੰ ਮਕਾਨ ਵਿੱਚ ਅੱਧ ਦੇਣ ਲਈ ਸਹਿਮਤ ਹਾਂ। ਸਾਡੇ ਵੱਲੋਂ ਪੂਰੀ ਸਹਿਮਤੀ ਦਿੱਤੀ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਮਾਤਾ ਅੱਧ ਵਿੱਚ ਕੰਧ ਪਾ ਕੇ ਰਵੇ, ਆਪਣੀ ਵੀ ਜ਼ਿੰਦਗੀ ਕੱਟੇ ਅਤੇ ਸਾਨੂੰ ਵੀ ਸੁੱਖ ਸ਼ਾਂਤੀ ਨਾਲ ਰਹਿਣ ਦੇਵੇ। ਇਹ ਸਾਰਾ ਝਗੜਾ ਮੇਰੀਆਂ ਨਨਾਨਾਂ ਦਾ ਪਾਇਆ ਹੋਇਆ ਸੀ। ਪ੍ਰਸ਼ਾਸਨ ਵੱਲੋਂ ਇਹ ਝਗੜਾ ਮੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਪ੍ਰਸ਼ਾਸਨ ਦੇ ਨਾਲ ਸਹਿਮਤ ਹਾਂ। ਮੇਰੇ ਕੋਲ ਕੋਰਟ ਦੇ ਸਾਰੇ ਕਾਗਜ਼ ਹਨ ਅਤੇ ਮੈਂ ਕਾਗਜ਼ਾਂ ਦੇ ਆਧਾਰ ਤੇ ਉਸ ਮਕਾਨ ਵਿੱਚ ਬੈਠੀ ਹਾਂ। ਹਾਂਜੀ ਸਰ, ਤੁਹਾਡੀ ਮੁੱਗੋਵਾਲ ਦਾ ਜਿਹੜਾ ਸੀਗਾ ਲੜਕੀ ਇੱਥੇ ਮਾਲਪੁਰ ਸੀਗੀ, ਉਹਨੂੰ ਸੱਸ ਨੇ 2-3 ਦਿਨ ਪਹਿਲਾਂ ਪਾਰਟੀਆਂ ਵੱਖ-ਵੱਖ ਪਾਰਟੀ ਨੁਮਾਇੰਦਿਆਂ ਨੂੰ ਲੈ ਕੇ ਇੱਥੇ ਪ੍ਰੋਟੈਸਟ ਕੀਤਾ, ਮੇਰੀ ਨੂੰਹ ਘਰ ਨਹੀਂ। ਤੁਸੀਂ ਅੱਜ ਉਹ ਫੈਸਲੇ ਦੇ ਵਿੱਚ ਗਏ, ਮੌਕਾ ਦੇਖਿਆ ਕੀ? ਮੈਂ ਨਰਿੰਦਰ ਮੋਹਨ ਨਿੰਦੀ ਸਾਬਕਾ ਸਰਪੰਚ ਪਿੰਡ ਮੁੱਗੋਵਾਲ, ਜੋ ਸਾਡੇ ਪਿੰਡ ਦੀ ਲੜਕੀ ਸ਼ਹੀਦਾਂ ਰੋਡ ਤੇ ਰਹਿ ਰਹੀ ਆ, ਉਹਦਾ ਅਸੀਂ ਅੱਜ SHO ਮਾਲਪੁਰ ਦੇ ਨਾਲ ਖੁਦ ਜਾ ਕੇ ਮੌਕਾ ਦੇਖਿਆ ਤੇ ਜਿਹਦੇ 'ਚ ਫੈਸਲਾ ਕੀਤਾ ਕਿ ਕੰਧ ਮਕਾਨ ਦੇ ਵਿੱਚ ਕੰਧ ਕਰਕੇ ਡਿਵਾਈਡ ਕਰਦੀ ਹੈ, ਉਹ ਦੋਵੇਂ ਪਰਿਵਾਰ ਉਸ ਮਕਾਨ ਦੇ ਵਿੱਚ ਰਹਿ ਸਕਣ। ਕੀ ਇਸ ਫੈਸਲੇ ਤੋਂ ਦੋਨੋਂ ਧਿਰਾਂ ਖੁਸ਼ ਨੇ? ਸਾਡੀ ਲੜਕੀ ਇਸ ਨਾਲ ਸਹਿਮਤ ਹੈ, ਮਕਾਨ ਦੇਣ ਆਪਣੀ ਮਾਂ ਨੂੰ ਤਿਆਰ ਹੈ ਕਿ ਮਾਂ ਵੀ ਸਾਡੇ ਨਾਲ ਰਹੇ, ਸੱਸ ਮੇਰੇ ਨਾਲ ਰਹੇ। ਅਸੀਂ ਅੱਧਾ ਮਕਾਨ ਉਹਨੂੰ ਦੇਣ ਨੂੰ ਤਿਆਰ ਹੈ। ਵਿੱਚ
ਤੇ ਅੱਜ ਜਿਹੜਾ ਫੈਸਲਾ ਹੈ ਨੇਪਰੇ ਚਾੜਿਆ ਕੀਤਾ ਇਹ ਜਿਹੜਾ SHO ਸਾਹਿਬ ਨੇ ਆਪਣੀ ਮੌਜੂਦਗੀ ਵਿੱਚ ਇਹ ਫੈਸਲਾ ਨੇਪਰ ਚਾੜਨ ਦੀ ਕੋਸ਼ਿਸ਼ ਕੀਤੀ ਆ। ਅਸੀਂ ਬੜੇ ਧੰਨਵਾਦੀ ਹਾਂ SHO ਸਾਹਿਬ ਮਾਲਪੁਰ ਦੇ ਤੇ ਜਿਹੜੇ ਨਾਲ ਸਾਡੇ ਹੋਰ ਮੋਹਤਵਰ ਵਿਅਕਤੀ ਗਏ ਸੀਗੇ ਇਸ ਫੈਸਲੇ ਦੇ ਵਿੱਚ, ਅਸੀਂ ਉਹਨਾਂ ਦੇ ਧੰਨਵਾਦੀ। ਮੈਂ ਪਰਮਜੀਤ ਕੌਰ। ਮਾਤਾ ਉੱਚੀ ਬੋਲੋ, ਕੀ ਨਾਮ ਆਪਣਾ? ਪਰਮਜੀਤ ਕੌਰ। ਕੀ ਪ੍ਰੋਬਲਮ ਕੀ ਹੈ, ਤੁਸੀਂ ਇੱਥੇ ਥਾਣੇ ਆਏ ਹੋ? ਮੈਂ ਥਾਣੇ ਆਇਆ ਜੀ, ਮੇਰੀ ਸੁਣਵਾਈ ਨਹੀਂ, ਮੈਨੂੰ ਮੁੰਡੇ ਮੇਰੇ ਨੇ ਬਾਹਰ ਕੱਢ ਦਿੱਤਾ ਆ ਤੇ ਉਹਨਾਂ ਨੇ ਕੇਸ ਲਾਏ ਹੋ ਮੇਰੇ ਤੇ, ਮੇਰੀ ਕੋਈ ਕਿਤੇ ਸੁਣਵਾਈ ਨਹੀਂ ਹੋ ਰਹੀ ਹੈ। ਕੀ ਕਰਦਾ ਮੁੰਡਾ, ਕੀ ਕਰਦਾ ਮੁੰਡਾ? ਇਸ ਵਕਤ ਦਵਾਈ 'ਚ ਹੈ ਜੀ। ਉਹਨਾਂ ਨੇ ਮੇਰੇ ਤੇ ਕੇਸ ਇੰਨੇ ਲਾਏ ਹੋਏ ਨੇ ਕਿ ਮੇਰੇ ਤੋਂ ਵਕੀਲਾਂ ਨੂੰ ਪੈਸੇ ਦੇਣ ਨੂੰ ਵੀ ਪੈਸਾ ਹੈ ਨਹੀਂਗਾ। ਮੇਰੇ ਤੇ ਬਹੁਤ ਜ਼ਿਆਦਾ ਕੇਸ ਲਾਏ ਹੋਏ ਆ। ਮੈਨੂੰ ਆ ਘਰੋਂ ਬਾਹਰ ਅੰਦਰ ਵੜਨ ਦਾ ਹੁਕਮ ਨਹੀਂ ਦੇ ਰਹੇ। ਕਿਸ ਗੱਲ ਦੇ ਕੇਸ ਲਾਏ ਬੀਬੀ ਤੇਰੇ ਤੇ? ਕੇਸ ਲਾਏ ਆ ਜੀ ਸਾਡਾ ਹਿੱਸਾ ਸਾਨੂੰ ਸਾਰੀ ਜਗ੍ਹਾ ਸਾਡੇ ਨਾਲ ਜਾਇਦਾਦ ਕੀਤੀ ਜਾਵੇ। ਜਗ੍ਹਾ ਪਹਿਲਾਂ ਕਿਹਦੇ ਨਾਂ ਤੇ ਆ? ਪਹਿਲਾਂ ਮੇਰੇ ਘਰ ਵਾਲੇ ਅਮਰਜੀਤ ਦੇ ਨਾਂ ਤੇ। ਫਿਰ ਹੁਣ ਕਿੱਦਾਂ, ਹੁਣ ਕਾਹਤੇ ਤੁਹਾਨੂੰ ਕਹਿੰਦੇ ਨਾਲ ਲਾਉਣ? ਉਹ ਕਹਿੰਦੇ ਵੀ ਤੁਸੀਂ ਹੋ ਕੇ ਵੇਚ ਦੇਣੀ ਆ ਸਾਰੀ, ਵੀ ਸਾਨੂੰ ਸਾਡੇ ਨਾਂ ਤੇ ਸਾਨੂੰ ਦਿਓ, ਅਸੀਂ ਤਾਂ ਤੈਨੂੰ ਰੋਟੀ ਦੇਣੀ, ਅਸੀਂ ਰੋਟੀ ਨਹੀਂ ਦੇਣੀ। ਪਹਿਲਾਂ ਕੋਈ ਜਗ੍ਹਾ ਵੇਚੀ ਤੁਸੀਂ? ਪਹਿਲਾਂ ਜੀ ਮੈਂ ਮੇਰਾ ਘਰ ਵਾਲਾ ਬਿਮਾਰ ਸੀ, ਉਹਨੂੰ ਕੈਂਸਰ ਸੀਗਾ, ਉਹਦਾ ਇਲਾਜ ਕਰਾਇਆ, ਉਹਦਾ ਮੇਰਾ ਤੇ ਕਰਜ਼ਾ ਚੜ ਗਿਆ ਸੀ, ਮੈਂ ਆਪਣੀ ਜਗ੍ਹਾ ਵੇਚਦੀ ਸੀ, ਮੇਰੇ ਨਾਂ ਤੇ ਸੀਗੀ। ਉਹ ਨਿਆਣਿਆਂ ਨੂੰ ਭਰੋਸੇ 'ਚ ਲਿਆ ਸੀਗਾ? ਨਿਆਣਿਆਂ ਨੂੰ ਸਾਰਿਆਂ ਨੂੰ ਦੱਸ ਕੇ ਕੀਤਾ ਸੀ ਜੀ ਮੈਂ। ਆ ਜਿਹੜੇ ਮੁੰਡੇ ਨੇ ਤੁਹਾਨੂੰ ਘਰੋਂ ਬਾਹਰ ਕੀਤਾ ਜਾਂ ਕਿਸੇ ਨੇ ਕੀਤਾ, ਇਹਨਾਂ ਨੂੰ ਭਰੋਸੇ 'ਚ ਲਿਆ ਸੀਗਾ? ਹਾਂਜੀ, ਮੈਂ ਸਾਰਿਆਂ ਨੂੰ ਦੱਸਿਆ, ਸਭ ਕੁਝ ਕਰਕੇ ਕੀਤਾ ਸੀ। ਇਹਨਾਂ ਨੇ ਜ਼ਬਰਦਸਤੀ ਮੇਰੇ ਤੋਂ ਤਾਂ ਆਪਣੀ ਜ਼ਮੀਨ ਜਾਇਦਾਦ ਸਾਰੀ ਮੇਰੇ ਤੋਂ ਨਾਲ ਖਾਣ ਨੂੰ ਮੈਨੂੰ ਧੱਕਾਸ਼ਾਹੀ ਕੀਤੀ ਇਹਨਾਂ ਨੇ। ਕਿੰਨੀ ਕੁੱਲ ਜ਼ਮੀਨ ਕਿੰਨੀ ਹੋ ਸਕਦੀ ਆ, ਕਿੰਨਾ ਕੁ ਰਕਬਾ ਆ? ਭਾਜੀ ਇਹ ਤਾਂ ਜਿਹੜਾ ਪਿੰਡ ਆ, ਕੋਠੀ ਆਏਗਾ 3 ਕਿੱਲੇ ਜ਼ਮੀਨ ਹੈ ਸਾਡੇ ਤੇ 10 ਮਾਲੇ ਦਾ ਪਲਾਟ ਜਗ੍ਹਾ ਹੈਗੀ ਮੇਰੀ ਭਾਈ ਉਹ ਜਿਹੜੀ। ਕਿੰਨੇ ਬੱਚੇ ਬੀਬੀ ਤੁਹਾਡੇ? 4 ਬੱਚੇ ਹੈ ਜੀ ਮੇਰੇ, 3 ਗੁੱਡੀਆਂ, 1 ਕਾਕਾ। ਅੱਛਾ, ਕਾਕਾ ਇੱਕੋ ਹੀ ਆ ਜਿਹੜੇ ਘਰੋਂ ਬਾਹਰ ਕੀਤਾ ਤੁਹਾਨੂੰ? ਕੋਈ ਹੈਗਾ, ਉਹ ਵਿਆਹਿਆ ਹੋਇਆ। ਵੋਟੀਆਂ ਜਿਹੜੀ ਆਪਣੇ ਤਾਏ ਦੇ ਮਗਰ ਲਾ ਕੇ, ਨਰਿੰਦਰ ਸਿੰਘ ਦੇ ਮਗਰ ਲਾ ਕੇ ਮੈਨੂੰ ਬਹੁਤ ਜ਼ਿਆਦਾ ਤੰਗ ਕਰਦੇ ਨੇ। ਨਰਿੰਦਰ ਸਿੰਘ ਦਾ ਕਿਹੜਾ ਪਿੰਡ ਹੈ ਜੀ? ਮੁਗਵਾਲਾ ਜੀ। ਤੁਹਾਨੂੰ ਘਰੋਂ ਬਾਹਰ ਕਿਹਨ ਕੱਢਿਆ? ਹੁਣ ਤੁਹਾਨੂੰ ਘਰ ਕੌਣ ਨਹੀਂ ਵੜਨ ਦਿੰਦਾ? ਵੋਟੀ ਤੇ ਨਰਿੰਦਰ ਸਿੰਘ ਤਾਇਆ, ਉਹਨੇ ਮੈਨੂੰ ਵੜਨ ਦਿੰਦੇ। ਹੁਣ ਤੁਸੀਂ ਥਾਣੇ ਆਏ ਹੋ, ਕੀ ਕਿਹਾ ਤੁਹਾਨੂੰ? ਮੈਨੂੰ SHO ਸਾਹਿਬ ਕਹਿੰਦੇ ਨੇ ਤੁਹਾਨੂੰ ਇਨਸਾਫ ਦਿਵਾਵਾਂਗੇ, ਪਰ ਮੇਰੀ ਜੇ ਨਾ ਕਿ ਸੁਣਵਾਈ ਹੋਗੀ, ਮੈਂ ਆਪਦੇ ਭਰਾ ਸੱਦੇ ਹੋਏ ਨੇ, ਇਹਨਾਂ ਨੇ ਗਾਂਹ ਫੜੀ ਹੈ ਮੇਰੀ, ਤਾਂ ਮੇਰੀ ਸੁਣਵਾਈ ਹੋਊਗੀ। ਮੈਨੂੰ SHO ਸਾਹਿਬ ਨੇ ਵੀ ਦਿੱਤਾ ਹੌਸਲਾ ਵੀ ਤੇਰੀ ਸੁਣਵਾਈ ਹੋਊ। ਤੁਹਾਨੂੰ ਘਰੋਂ ਬਾਹਰ ਰਹਿੰਦੇ ਨੂੰ ਕਿੰਨਾ ਟਾਈਮ ਹੋ ਗਿਆ? ਮੈਂ ਬਲਵੀਰ ਸਿੰਘ ਬਿੱਲਾ ਖੜੋਦੀ ਜੀ, ਆਲ ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਆਰਗੇਨਾਈਜੇਸ਼ਨ ਦਾ ਪ੍ਰਧਾਨ, ਡਿਸਟ੍ਰਿਕਟ ਪ੍ਰਧਾਨ। ਤੇ ਇਹ ਮਾਤਾ ਜੀ ਨਾਲ ਪਹਿਲੇ ਦਿਨ ਤੋਂ ਮੈਂ ਨਾਲ ਚੱਲਿਆ ਹੈਗਾ ਆ। ਜਿਹੜਾ ਕਿ ਮਾਤਾ ਜੀ ਨੂੰ ਘਰੋਂ ਰਹਿਣ ਦਾ ਸੀ, ਉਹ ਸਾਡੇ 10 ਬੰਦਿਆਂ ਦੇ ਸੈਨਾਂ ਦੇ ਨਾਲ ਹੋਇਆ ਸੀ ਵੀ ਮਾਤਾ ਸ਼ਾਇਦ ਤੁਹਾਡਾ ਆਪਸ ਵਿੱਚ ਹੀ ਪਿਆਰ ਬਣ ਜਾਏ ਵੀ 10 ਦਿਨ ਤੂੰ ਆਪਣੀ ਕੁੜੀ ਦੇ ਰਹਿ ਲਾ। ਤੇ ਉਹਦੇ ਬਾਅਦ ਅਸੀਂ 20 ਦਿਨ ਬਾਅਦ ਉਹਨਾਂ ਦੇ ਨਾਲ ਇਹਨਾਂ ਦੇ ਘਰ ਜਾ ਕੇ ਮੀਟਿੰਗ ਕੀਤੀ ਤਾਂ ਜੋ ਕੁੜੀ ਦਾ ਤਾਇਆ ਨਿਰੰਜਨ ਸਿੰਘ, ਸ਼ਾਇਦ ਉਹਦਾ ਨਾਂ ਆ, ਪਿੰਡ ਮੁੰਗੋਵਾਲ ਤੋਂ, ਉਹ ਉੱਥੇ ਹੱਥੋਂ ਪਾਈ ਹੋਣ ਤੇ ਉੱਤਰ ਆਇਆ। ਉਹਦੇ ਬਾਅਦ ਉਹਨੇ ਮਾਤਾ ਜੀ ਨੂੰ ਘਰ ਅੰਦਰ ਵੜਨੇ ਨਹੀਂ ਦਿੱਤਾ ਹੈਗਾ। ਤਾਂ ਅਸੀਂ ਅੱਜ ਫਿਰ ਅਪੀਲ ਲੈ ਕੇ ਆਏ ਹਾਂ SHO ਸਾਹਿਬ ਦੇ ਕੋਲ, ਜਦ ਕਿ ਅਸੀਂ ਪਹਿਲਾਂ ਕਦੀ ਨਿਰੰਜਨ ਸਿੰਘ ਦਾ ਨਾਂ ਨਹੀਂ ਸੀ ਲਿਆ ਇੱਥੇ ਥਾਣੇ ਦੇ ਵਿੱਚ, ਪਰ ਅੱਜ ਸਾਨੂੰ SHO ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਮਾਤਾ ਦੇ ਨਾਲ ਹੈ, ਮਾਤਾ ਦੀ ਜਿਹੜੀ ਹੱਕ ਰਸੀ ਹੋਏਗੀ ਅਸੀਂ ਉਹ ਨਾਲ ਨਿਭਾਉਣੇ ਨੂੰ ਤਿਆਰ ਹੈ, ਮਾਤਾ ਨੂੰ ਅਸੀਂ ਅੰਦਰ ਵਾੜਾਂਗੇ। ਬਲਵੀਰ ਜੀ, ਨਿਰੰਜਨ ਸਿੰਘ ਕਿਉਂ ਇਹ ਗੱਲ ਕਰਦਾ? ਭਤੀਜੀ ਕਰਕੇ ਕਰਦਾ ਜਾਂ ਤੁਹਾਨੂੰ ਕੀ ਲੱਗਦਾ ਕੀ ਕਾਰਨ? ਭਤੀਜੀ ਕਰਕੇ ਇਹਨਾਂ ਦੀ ਪ੍ਰਾਪਰਟੀ ਹੜੱਪਣ ਲਈ ਕਰਦਾ। ਉਹ ਇਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਜਿਹੜਾ ਨਾ ਆਪਣੇ ਮਕਾਨ ਦੇ ਉੱਤੇ ਮੈਂ ਤੁਹਾਡਾ ਮਕਾਨ ਜਿਹੜਾ ਫਾਈਨੈਂਸ ਕਰ ਦਿੰਦਾ। ਇਹਨਾਂ ਦੇ ਕੋਲੋਂ ਇਹਨਾਂ ਦੇ ਹਸਬੈਂਡ ਬਿਮਾਰ ਹੋਣ ਦੇ ਨਾਤੇ ਇਹਨਾਂ ਨੇ ਉਹਨਾਂ ਕੋਲੋਂ 1,30,000 ਰੁਪਇਆ ਲਿਆ ਸੀ ਆਧਾਰਾ। ਉਹਨੇ ਰਿਸ਼ਤੇਦਾਰ ਹੋਣ ਦੇ ਨਾਤੇ ਆਪਣੀ ਰਿਸ਼ਤੇਦਾਰੀ ਕਰਮਚਾਰੀ ਨਹੀਂ ਰੱਖੀ ਤੇ ਇਹਨਾਂ ਕੋਲੋਂ 1,85,000 ਰੁਪਇਆ ਲਿਆ, ਜਦ ਕਿ ਉਹਦੇ ਵਿੱਚ ਉਹਨਾਂ ਗੱਲਾਂ ਦੇ ਘਰ ਦੀ ਇੱਕ ਗੱਲ ਦੇ ਵਿੱਚ ਮੈਂ ਸ਼ਾਮਲ ਸੀ। ਮੈਨੂੰ ਇੱਕ ਗੱਲ ਦਾ ਪਤਾ ਆ ਕਿਉਂਕਿ ਮੈਂ ਹਰ ਵੇਲੇ ਇਹਨਾਂ ਦੇ ਨਾਲ ਤੁਰਿਆ। ਚਲੋ ਬਲਵੀਰ ਜੀ, ਅੱਜ ਮਾਤਾ ਇੱਥੇ ਥਾਣੇ ਦੇ ਵਿੱਚ ਆਈ ਆ, ਇਹ ਇਨਸਾਫ ਲੈਣ ਆਈ ਆ, ਅੱਜ ਉਹਨਾਂ ਨੂੰ ਕੀ ਕਿਹਾ? ਅੱਜ SHO ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਕ ਮੈਨੂੰ ਐਪਲੀਕੇਸ਼ਨ ਦਿਓ ਕਿ ਮੈਂ ਕੱਲ੍ਹ ਨੂੰ ਉਹਨੂੰ ਨਿਰੰਜਨ ਸਿੰਘ ਨੂੰ ਇੱਥੇ ਬੁਲਾ ਕੇ ਵੀ ਉਹਨਾਂ ਗੱਲਬਾਤ ਕਰਦਾ ਪਏ, ਤੁਹਾਨੂੰ ਅਸੀਂ ਅੰਦਰ ਵਾੜਨੇ ਲਈ ਪੂਰਾ ਤੁਹਾਡਾ ਸਮਰੱਥ ਕਰਦੇ ਹਾਂ ਵੀ ਜੇ ਉਹ ਮੰਨ ਜਵੇ ਤਾਂ। ਜੇ ਤੁਹਾਡਾ ਇਹ ਹੱਲ ਨਹੀਂ ਹੁੰਦਾ ਕੱਲ੍ਹ ਨੂੰ ਤਾਂ ਫਿਰ ਤੁਹਾਡਾ ਅਗਲਾ ਕੀ ਕਦਮ ਹੋਊਗਾ? 10 ਦਿਨ ਦਾ ਅਲਟੀਮੇਟ ਦੇ ਕੇ ਜੇ ਸਾਨੂੰ ਅਸੀਂ ਕੋਰਟ ਨੂੰ ਵੀ ਇਹ ਕਹਿਣਾ ਚਾਹੁੰਦੇ ਹਾਂ, ਜੇ ਸਾਨੂੰ ਤਾਲੇ ਤੋੜਨੇ ਪਏ ਤਾਂ ਅਸੀਂ ਤਾਲੇ ਤੋੜਾਂਗੇ ਤੇ ਮਾਤਾ ਨੂੰ ਅੰਦਰ ਵਾੜਾਂਗੇ। ਔਰ ਕੋਰਟ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਮਾਤਾ ਵਕੀਲਾਂ ਦੀ ਫੀਸ ਨਹੀਂ ਦੇ ਸਕਦੀ ਤੇ ਤੁਸੀਂ ਇਹਦਾ ਮਾਤਾ ਨੂੰ ਸਿਆਣੇ ਸਰੀਰ ਨੂੰ ਆਪਣੇ ਧਿਆਨ ਵਿੱਚ ਰੱਖ ਕੇ ਮਾਤਾ ਨੂੰ ਉਹਦੇ ਘਰ ਵਿੱਚ ਵਾੜਿਆ ਜਾਵੇ। ਰੈਫਰੈਂਸ ਪਲੀਜ਼, ਜਸਟ ਰੈਫਰੈਂਸ ਪਲੀਜ਼। ਹਾਂਜੀ, ਮੈਂ ਗੁਰਬਲਹਾਰ ਸਿੰਘ, ਹਲਕਾ ਫਲੋਰ, ਲੋਕ ਇਨਸਾਫ ਪਾਰਟੀ। ਇਹ ਮਾਤਾ ਜੀ ਜੋ ਪਰਮਜੀਤ ਕੌਰ ਸਵਰਗਵਾਸੀ ਅਮਰੀਕ ਸਿੰਘ ਜੀ ਦੇ ਪਤਨੀ ਹੈ ਜੀ ਹਨ। ਇਹਨਾਂ ਦੇ ਬੇਟੇ ਨੇ, ਇਹਨਾਂ ਦੇ ਉੱਤੇ ਇੱਕ 9 ਪੁੱਤ ਨੇ ਇੱਕ ਕੇਸ ਲਗਾਇਆ ਜਿਸ ਦੇ ਵਿੱਚ ਇਹ ਮਾਤਾ ਜੀ ਨੂੰ ਘਰੋਂ ਬੇਘਰ ਕੀਤਾ ਗਿਆ। ਠੀਕ ਹੈ, ਔਰ ਅੱਜ ਇਹ ਮਾਤਾ ਜੀ ਨੇ ਸਾਡੇ ਕੋਲ ਲੋਕ ਇਨਸਾਫ ਪਾਰਟੀ ਕੋਲ
ਪਹੁੰਚ ਕੀਤੀ ਤੁਹਾਡੇ ਕੋਲ? ਔਰ ਅੱਜ ਅਸੀਂ ਇੱਥੇ ਪਹੁੰਚੇ ਹਾਂ ਔਰ ਮਾਨਯੋਗ SHO ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ, ਜਿਸ ਦੇ ਵਿੱਚ SHO ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਊਗੀ ਔਰ ਮਾਤਾ ਜੀ ਨੂੰ ਇਨਸਾਫ ਦਿਵਾਇਆ ਜਾਏਗਾ। ਜੀ ਮੈਂ ਅਵਤਾਰ ਸਿੰਘ ਡਾਂਡੀਆਂ ਜੀ, ਮੀਤ ਪ੍ਰਧਾਨ ਦੁਆਬਾ ਜ਼ੋਨ ਲੋਕ ਇਨਸਾਫ ਪਾਰਟੀ, ਜ਼ਿਲ੍ਹਾ ਪ੍ਰਧਾਨ ਦਿਹਾਤੀ, ਹਲਕਾ ਇੰਚਾਰਜ ਗੜਸ਼ੰਕਰ। ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਦਕਸ਼, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਜਲੰਧਰ, ਤੇ ਨਾਲ ਸਾਡੇ ਫਲੋਰ ਦੇ ਪ੍ਰਧਾਨ ਸਾਹਿਬ ਕੀਲ ਸਾਹਿਬ, ਮੇਰੇ ਨਾਲ ਸੋਢੀ ਜੀ। ਤੇ ਬਾਕੀ ਤੁਸੀਂ ਦੇਖਿਆ ਵੀ ਇਹ ਮਾਤਾ ਜੀ ਨੇ ਆਪਣੀ ਗੁਹਾਰ ਲਾਈ ਆ, ਜਿਨ੍ਹਾਂ ਦਾ ਕਿ ਆਪਣਾ ਘਰ ਦੇ ਵਿੱਚ ਡਿਸਪਿਊਟ ਆ, ਤੇ ਅਸੀਂ ਜਿਹੜੀ ਮਾਤਾ ਜੀ ਨੇ ਗੱਲ ਕਹੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ, ਅਸੀਂ ਮਾਤਾ ਜੀ ਦੇ ਨਾਲ ਆ। ਜੇਕਰ ਕੋਈ ਵੀ ਮਤਲਬ ਜਿੱਥੇ ਸਾਡੇ ਖੜਨ ਦੀ ਲੋੜ ਪਈ, ਅਸੀਂ ਮਾਤਾ ਜੀ ਦੇ ਨਾਲ, ਲੋਕ ਇਨਸਾਫ ਪਾਰਟੀ ਪੂਰੀ। ਤੇ ਜੇ ਸਾਨੂੰ ਹੋਰ ਵੀ ਬੰਦੇ ਸੱਦਣੇ ਪਏ ਤਾਂ ਅਸੀਂ ਮਾਤਾ ਜੀ ਦੇ ਨਾਲ ਡਟ ਕੇ। ਸਰ, ਇਹ ਜਿਹੜਾ ਮੈਟਰ ਸੀਗਾ ਨੂੰ ਸੱਸ ਦਾ, ਜਿਹੜਾ ਅੱਜ ਤੁਸੀਂ ਮੌਕਾ ਦੇਖਿਆ, ਕੀ ਮਤਲਬ ਜਿਹੜਾ ਦੇਖਿਆ? ਇਹਨਾਂ ਦਾ ਪਰਿਵਾਰਕ ਝਗੜਾ ਚੱਲਦਾ ਆ, ਕੋਈ ਆਪਸ ਵਿੱਚ ਰਹਿਣ ਤੋਂ। ਮਾਤਾ ਕਹਿੰਦੀ ਸੀ, ਇਹਨਾਂ ਦੇ ਕਹਿਣ ਮੁਤਾਬਕ ਸੀ ਵੀ ਪਹਿਲਾਂ ਝਗੜਾ ਹੋਇਆ ਸੀ ਤੇ ਮਾਤਾ ਇਸ ਕਰਕੇ ਘਰੋਂ ਚਲ ਗਈ ਸੀ ਵੀ ਕੁਝ ਦਿਨ ਬਾਹਰ ਰਹੂਗੀ, ਸ਼ਾਇਦ ਠੀਕ ਹੋ ਜਾਣਾ। ਉਸ ਤੋਂ ਬਾਅਦ ਉਹ ਬਾਹਰ ਰਹਿੰਦੀ ਆ ਤੇ ਹੁਣ ਉਹਦਾ ਇਹ ਸੀਗਾ ਵੀ ਮੈਂ ਘਰ 'ਚ ਜਾਣਾ। ਇਹਨਾਂ ਦੇ ਕੋਰਟ ਕੇਸ ਚੱਲਣ ਡਏ ਆ। ਕੋਰਟ ਕੇਸ ਦੇ ਵਿੱਚ ਉਹਨਾਂ ਨੇ ਸਟੇਟਸ ਕੋ ਦਿੱਤਾ ਵੀ ਜਿੱਦਾਂ ਹੈਗਾ ਉੱਦਾਂ ਰਹੋ। ਉਹਦੇ ਸੰਬੰਧ ਇਹਨਾਂ ਦਾ ਮੌਕਾ ਦੇਖਿਆ, ਕੁਛ ਉਹਦੇ ਸੰਬੰਧ ਦੋਹਾਂ ਤਰ੍ਹਾਂ ਦੇ ਰਿਸ਼ਤੇਦਾਰ ਜਿਹੜੇ ਆਏ ਸੀਗੇ ਉਹਨਾਂ ਦੀ ਵੀ ਗੱਲ ਸੁਣੀ ਆ, ਜਿਨ੍ਹਾਂ ਦੀ ਸੁਣੀ ਆ। ਹੋ ਸਕਦਾ ਇਹਨਾਂ ਦਾ ਆਪਸ ਵਿੱਚ ਬੈਠ ਕੇ ਕੋਈ ਸ਼ਾਰਟ ਆਊਟ ਨਿਕਲ ਜਾਣੀ, ਤਾਂ ਜੋ ਹੈਗਾ ਕੋਰਟ ਨੂੰ ਰਿਪੋਰਟ ਬਣਾ ਕੇ ਆਪਾਂ ਦੇ ਦਾਂਗੇ।